ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਐਮ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ। ਤਾਂ ਹਾਂਜੀ ਦੋਸਤੋ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੰਜਾਬੀ ਏ ਦਾ ਨਮੂਨਾ ਪ੍ਰਸ਼ਨ ਪੱਤਰ ਵਿਦ ਸੋਲਿਊਸ਼ਨ ਲੈ ਕੇ ਆ ਚੁੱਕਿਆ। ਹਾਂਜੀ ਦੋਸਤੋ ਨਮੂਨਾ ਪ੍ਰਸ਼ਨ ਪੱਤਰ ਤੇ ਨਾਲ ਇਸ ਦੇ ਸਾਰੇ ਆਨਸਰ ਦੱਸਾਂਗੇ, ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਦੇਖਣਾ। ਤੇ ਜੇਕਰ ਤੁਸੀਂ ਵੀ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਜ਼ਰੂਰ ਕਰ ਲੈਣਾ। ਦੇਖ ਸਕਦੇ ਹੋ ਨਮੂਨੇ ਦਾ ਪ੍ਰਸ਼ਨ ਪੱਤਰ ਜਮਾਤ 10ਵੀਂ ਪੰਜਾਬੀ ਏ ਟਰਮ 2 ਫਰਵਰੀ ਤੋਂ ਮਾਰਚ 2022। ਸਮਾਂ ਜਿਹੜਾ ਆਪਾਂ ਨੂੰ 3 ਘੰਟੇ ਦਾ ਮਿਲੂਗਾ ਤੇ ਅੰਕ 35 ਅੰਕਾਂ ਦਾ ਜਿਹੜਾ ਪੇਪਰ ਹੋਊਗਾ। ਨੋਟ ਦੱਸਿਆ ਹੋਇਆ ਨੰਬਰ 1 ਤੇ 2 ਅੰਕ ਸੁੰਦਰ ਲਿਖਾਈ ਲਈ ਨਿਰਧਾਰਿਤ ਕੀਤੇ ਗਏ ਹਨ। ਨੰਬਰ 2 ਪ੍ਰਸ਼ਨ ਪੱਤਰ ਦੇ ਕੁੱਲ 9 ਪ੍ਰਸ਼ਨ ਹੋਣਗੇ। ਨੰਬਰ 3 ਸਾਰੇ ਪ੍ਰਸ਼ਨ ਹੱਲ ਕਰਨੇ ਲਾਜ਼ਮੀ ਹੋਣਗੇ। ਪ੍ਰਸ਼ਨ ਪਹਿਲਾ ਹੈਗਾ ਆਪਣਾ ਇਹ ਪ੍ਰਸ਼ਨ ਸੁੰਦਰ ਲਿਖਾਈ ਦੇ ਅੰਕ ਲਈ ਰਾਖਵਾਂ ਹੋਵੇਗਾ। 2 ਅੰਕ ਆਪਣੇ ਸੁੰਦਰ ਲਿਖਾਈ ਦੇ। ਉਸ ਤੋਂ ਬਾਅਦ ਆਪਣੇ ਆਉਣੇ ਨੇ ਪ੍ਰਸ਼ਨ ਨੰਬਰ 2 ਵਸਤੂ ਨਿਸ਼ਟ ਪ੍ਰਸ਼ਨ। ਸਾਰਿਆਂ ਤੋਂ ਪਹਿਲਾ ਹੈਗਾ ਬੁੱਲੇ ਸ਼ਾਹ ਕਿਸ ਕਾਵ ਧਾਰਾ ਨਾਲ ਸੰਬੰਧਿਤ ਕਵੀ ਹਨ। ਪਹਿਲੇ ਦਾ ਆਪਣਾ ਆਨਸਰ ਹੈਗਾ ਸੂਫੀ ਕਾਵ ਨਾਲ। ਤੇ ਸੈਕਿੰਡ ਹੈਗਾ ਮਨਜੀਤ ਨਿਹਾਲ ਕੌਰ ਨੂੰ ਕਿਸ ਦੀ ਧੀ ਵਿਆਹੁਣ ਦੀ ਸਲਾਹ ਦਿੰਦੀ ਹੈ। ਇਸ ਦਾ ਆਨਸਰ ਹੈਗਾ ਸੈਕਿੰਡ ਦਾ ਥਾਣੇਦਾਰ ਦੀ। ਨੰਬਰ ਤੀਜਾ ਹੈਗਾ ਥਾਣੇਦਾਰ ਦੀ ਧੀ ਕਹਾਣੀ ਦਾ ਲੇਖਕ ਕਰਤਾਰ ਸਿੰਘ ਦੁੱਗਲ ਹੈ। ਇਹ ਕਥਨ ਸਹੀ ਹੈ ਜਾਂ ਗਲਤ। ਤੀਜੇ ਦਾ ਆਪਣਾ ਹੈਗਾ ਗਲਤ। ਉਸ ਤੋਂ ਅੱਗੇ ਹੈਗਾ ਚੌਥਾ ਆਪਣਾ ਰਿਕਸ਼ੇ ਵਾਲੇ ਦੀ ਪਤਨੀ ਦਾ ਨਾਂ ਤਾਰੋ ਸੀ। ਕੀ ਇਹ ਕਥਨ ਸਹੀ ਹੈ। ਚੌਥੇ ਦਾ ਆਪਣਾ ਆਨਸਰ ਹੈਗਾ ਸਹੀ। ਅੱਗੇ ਹੈਗਾ ਲਾਸਟ ਪੰਜਵਾਂ ਔਰੰਗਜ਼ੇਬ ਨੂੰ ਜ਼ਫਰਨਾਮਾ ਡੈਸ਼ ਨੇ ਲਿਖਿਆ। ਇਸ ਦਾ ਆਨਸਰ ਹੈਗਾ ਗੁਰੂ ਗੋਬਿੰਦ ਸਿੰਘ ਜੀ ਨੇ। ਉਸ ਤੋਂ ਅੱਗੇ ਆਪਣਾ ਆ ਜਾਂਦਾ ਪ੍ਰਸ਼ਨ ਨੰਬਰ 3 ਹੇਠ ਲਿਖੇ ਕਾਵਿ ਸਤਰਾਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਸਾਰਿਆਂ ਤੋਂ ਪਹਿਲੀ ਆਪਣੀ ਦਿੱਤੀ ਹੋਈ ਹੈ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਵਿਪਲ ਕਰੇ ਚਾਤਰਿਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸਾਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜਿਉ। ਹਉ ਘੋਲੀ ਜਿਉ ਘੋਲ ਘੁਮਾਈ ਗੁਰਦਰਸ਼ਨ ਸੰਤ ਪਿਆਰੇ ਜਿਉ। ਇਹਨਾਂ 'ਚੋਂ ਇੱਕ ਦੀ ਆਪਾਂ ਕਾਵਿ ਸਤਰਾਂ ਦੀ ਵਿਆਖਿਆ ਕਰਨੀ, ਆਪਾਂ ਤੁਹਾਨੂੰ ਦੋਨਾਂ ਦੀ ਕਰਾਵਾਂਗੇ। ਸੈਕਿੰਡ ਹੈਗੀ ਆਪਣੀ ਨਾਜ਼ੁਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸਿੰਗਾਰੇ ਆਸ਼ਿਕ ਵੇਖ ਬਹੇ ਇੱਕ ਵਾਰੀ ਜਿਉਂ ਤਿਨਾ ਪਰਵਾਰੇ ਬਾਲੂ ਰੇਤ ਤਪੇ ਵਿੱਚ ਥਲਦੇ ਜੋ ਭੂਨਣ ਪਠਿਆਰੇ ਹਾਸ਼ਮ ਵੇਖ ਯਕੀਨ ਸੱਸੀ ਦਾ ਫੇਰ ਨਹੀਂ ਦਿਲ ਹਾਰੇ। ਤਾਂ ਹਾਂਜੀ ਦੋਸਤੋ ਪ੍ਰਸੰਗ ਸਹਿਤ ਵਿਆਖਿਆ ਜਿਹੜੀ ਦੋਨਾਂ ਦੀ ਆਪਾਂ ਤੁਹਾਨੂੰ ਦੱਸਦੇ ਹਾਂ। ਤਾਂ ਹਾਂਜੀ ਦੋਸਤੋ ਪਹਿਲੀ ਜਿਹੜੀ ਆਪਾਂ ਨੂੰ ਪ੍ਰਸੰਗ ਸਹਿਤ ਵਿਆਖਿਆ ਪੁੱਛੀ ਗਈ ਹੈ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਜਿਹੜਾ ਲੈਸਨ ਹੈ ਉਸ ਦੇ ਵਿੱਚੋਂ ਆਪਾਂ ਨੂੰ ਆਈ ਹੈ ਜਿਹੜੀ ਹੈਗੀ ਹੈ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰਿਕ ਕੀ ਨਿਆਈ ਤਰੀਕਾ ਨਾ ਉਤਰੈ ਸਾਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜਿਉ। ਹਉ ਘੋਲੀ ਜਿਉ ਘੋਲ ਘਮਾਈ ਗੁਰਦਰਸ਼ਨ ਸੰਤ ਪਿਆਰੇ ਜਿਉ। ਇਹਨਾਂ 'ਚੋਂ ਪ੍ਰਸੰਗ ਜਿਹੜੀ ਆਪਾਂ ਕਰਦੇ ਹਾਂ ਇਸ ਦੀ ਇਹ ਕਾਵ ਟੋਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦੀ ਬਾਣੀ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਵਿੱਚੋਂ ਲਿਆ ਗਿਆ ਹੈ। ਇਸ ਬਾਣੀ ਦੇ ਪਹਿਲੇ 3 ਬੰਦਾਂ ਵਿੱਚ ਗੁਰੂ ਸਾਹਿਬ ਨੇ ਆਪਣੇ ਗੁਰੂ ਪਿਤਾ ਦੇ ਵਿਛੋੜੇ ਤੇ ਚੌਥੇ ਬੰਦ ਵਿੱਚ ਮਿਲਾਪ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਇਹ ਸਤਰਾਂ ਵਿੱਚ ਗੁਰੂ ਪਿਤਾ ਦੇ ਵਿਛੋੜੇ ਤੋਂ ਉਪਜੀ ਬੇਕਰਾਰੀ ਨੂੰ ਬਿਆਨ ਕੀਤਾ ਗਿਆ ਹੈ। ਵਿਆਖਿਆ ਹੈਗੀ ਆਪਣੀ ਗੁਰੂ ਜੀ ਆਖਦੇ ਹਨ ਕਿ ਮੇਰਾ ਮਨ ਗੁਰੂ ਪਿਤਾ ਦੇ ਦਰਸ਼ਨਾਂ ਲਈ ਲੋਚਦਾ ਹੈ। ਉਹ ਇਸ ਪ੍ਰਕਾਰ ਤੜਫ ਰਿਹਾ ਹੈ ਜਿਸ ਤਰ੍ਹਾਂ ਪਪੀਹਾ ਸ਼ਰਾਂਤੀ ਬੂੰਦ ਲਈ ਤੜਫਦਾ ਹੈ। ਪਿਆਰੇ ਸੰਤ ਗੁਰੂ ਪਿਤਾ ਦੇ ਜੀ ਦੇ ਦਰਸ਼ਨਾਂ ਤੋਂ ਬਿਨਾਂ ਮੇਰੇ ਮਨ ਦੀ ਬੇਕਰਾਰੀ ਦੂਰ ਨਹੀਂ ਹੁੰਦੀ ਤੇ ਨਾ ਹੀ ਮੈਨੂੰ ਧੀਰਜ ਆਉਂਦੀ ਹੈ। ਮੈਂ ਆਪਣੇ ਸੰਤ ਗੁਰੂ ਪਿਤਾ ਜੀ ਦੇ ਦਰਸ਼ਨ ਤੋਂ ਕੁਰਬਾਨ ਜਾਂਦਾ ਹਾਂ। ਉਸ ਤੋਂ ਅੱਗੇ ਆਪਣੀ ਹੈਗੀ ਸੈਕਿੰਡ ਨਾਜ਼ੁਕ ਪੈਰ ਗੁਲਾਬੀ ਸੱਸੀ ਦੇ ਮਹਿੰਦੀ ਨਾਲ ਸਿੰਗਾਰੇ। ਇਸ ਦੀ ਜਿਹੜੀ ਹੈਗੀ ਆ ਪ੍ਰਸੰਗ ਆਪਣੀ ਇਹ ਕਾਵ ਟੋਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ਕਿੱਸਾ ਸੱਸੀ ਪੁੰਨੀ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਸੱਸੀ ਪੁੰਨ ਨੂੰ ਪ੍ਰੀਤ ਕਹਾਣੀ ਦੀ ਉਸ ਘਟਨਾ ਨੂੰ ਬਿਆਨ ਕੀਤਾ ਹੈ ਜਦੋਂ ਸੱਸੀ ਵਿਛੋੜੇ ਪੰਨੂ ਦੀ ਭਾਲ ਕਰਦੀ ਹੋਈ ਤਪਦੇ ਮਾਰੂਥਲ ਵਿੱਚ ਅੱਗੇ ਤੁਰਦੀ ਜਾਂਦੀ ਹੈ। ਇਹਨਾਂ ਸਤਰਾਂ ਵਿੱਚ ਕਵੀ ਇਹ ਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਮਾਰੂਥਲ ਦੀ ਗਰਮੀ ਤੇ ਬਿਰਹੋਂ ਦੀ ਤਪਸ਼ ਸੱਸੀ ਦਾ ਬੁਰਾ ਹਾਲ ਕਰਦੀ ਹੈ ਪਰੰਤੂ ਉਹ ਨਹੀਂ ਹਾਰਦੀ। ਇਸ ਤੋਂ ਅੱਗੇ ਵਿਆਖਿਆ ਹੈਗੀ ਆ ਮਾਰੂਥਲ ਵਿੱਚ ਪੰਨੂ ਦੀ ਡਾਚੀ ਦੀ ਭੈਣ
ਪੈੜ ਨੂੰ ਲੱਭ ਰਹੀ ਸੱਸੀ ਦੇ ਪੈਰ ਗੁਲਾਬ ਵਰਗੇ ਨਾਜ਼ੁਕ ਤੇ ਸੁੰਦਰ ਹੋਣ ਤੋਂ ਇਲਾਵਾ ਮਹਿੰਦੀ ਨਾਲ ਸ਼ਿੰਗਾਰੇ ਹੋਏ ਸਨ। ਜੇਕਰ ਕੋਈ ਆਸ਼ਕ ਉਹਨਾਂ ਨੂੰ ਵੇਖ ਲੈਂਦਾ ਸੀ ਤਾਂ ਉਹ ਉਹਨਾਂ ਦੀ ਖਾਤਰ ਜਾਨ ਵਾਰ ਦੇਣ ਲਈ ਤਿਆਰ ਹੋ ਜਾਂਦਾ ਸੀ। ਮਾਰੂਥਲ ਵਿੱਚ ਬਾਲੂ ਰੇਤ ਓਨੀ ਤਪ ਰਹੀ ਸੀ ਜਿੰਨੀ ਤਪਦੀ ਰੇਤ ਵਿੱਚ ਪਠਿਆਰੇ ਜੋ ਭੁੰਨਦੇ ਹਨ। ਪਰ ਹਾਸ਼ਮ ਸ਼ਾਹ ਆਖਦਾ ਹੈ, ਸੱਸੀ ਦਾ ਯਕੀਨ ਦੇਖੋ, ਉਹ ਸਿਦਕ ਤੋਂ ਪਿੱਛੇ ਨਹੀਂ ਹਟੀ ਤੇ ਰੇਤ ਉੱਪਰ ਹੀ ਤੁਰਦੀ ਗਈ। ਤਾਂ ਪ੍ਰਸ਼ਨ ਨੰਬਰ ਚੌਥਾ ਆਪਣਾ ਹੈਗਾ, ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਗਭਗ 30 ਸ਼ਬਦਾਂ ਵਿੱਚ ਲਿਖੋ। ਪਹਿਲੀ ਆਪਣੀ ਕਵਿਤਾ ਹੈਗੀ ਹੈ ਤੇਰਾ ਨਾਮ ਧਿਆਈਂਦਾ ਸਾਈਂ ਬੁੱਲੇ ਸ਼ਾਹ ਜੀ ਦੀ ਲਿਖੀ ਹੋਈ ਹੈ। ਨੰਬਰ 2 'ਤੇ ਹੈਗਾ ਸਿੰਘਾਂ ਦੀ ਚੜ੍ਹਤ ਸ਼ਾਹ ਮੁਹੰਮਦ। 3 ਅੰਕਾਂ ਦਾ ਆਪਾਂ ਨੂੰ ਕੇਂਦਰੀ ਭਾਵ ਆਊਗਾ। ਅੱਜ ਤੁਹਾਨੂੰ ਕੇਂਦਰੀ ਭਾਵ ਦਾ ਜਿਹੜਾ ਆਨਸਰ ਦੱਸੀਏ। ਤਾਂ ਪ੍ਰਸ਼ਨ ਹੈਗਾ ਆਪਣਾ ਤੇਰਾ ਨਾਮ ਧਿਆਈਂਦਾ ਸਾਈਂ ਕਾਫੀ ਦਾ ਸਾਰ ਲਗਭਗ 40 ਸ਼ਬਦਾਂ ਵਿੱਚ ਲਿਖੋ। ਆਨਸਰ ਹੈਗਾ ਫਕੀਰ ਪਰਮਾਤਮਾ ਦਾ ਨਾਮ ਧਿਆਉਂਦਾ ਹੈ ਤੇ ਨਿਰਮਾਣਤਾ ਨੂੰ ਧਾਰਨ ਕਰਕੇ ਰੱਖਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਇਸ਼ਕ ਵਿੱਚ ਜਾਣ ਦੀ ਬਾਜੀ ਲਾ ਕੇ ਹੀ ਉਹ ਪਰਮਾਤਮਾ ਨੂੰ ਪਾ ਸਕਦਾ ਹੈ। ਤੇ ਸੈਕਿੰਡ ਆਪਣਾ ਕੇਂਦਰੀ ਭਾਵ ਹੈਗਾ ਸਿੰਘਾਂ ਦੀ ਚੜ੍ਹਤ ਕਵਿਤਾ ਦਾ ਕੇਂਦਰੀ ਭਾਵ ਜਾਂ ਸਾਰ ਲਗਭਗ 40 ਸ਼ਬਦਾਂ ਵਿੱਚ ਲਿਖੋ। ਆਨਸਰ ਹੈਗਾ ਅੰਗਰੇਜ਼ਾਂ ਵਿਰੁੱਧ ਚੜ੍ਹਾਈ ਦਾ ਹੁਕਮ ਹੁੰਦਿਆਂ ਹੀ ਸਿੱਖ ਫੌਜਾਂ ਤੋਂ ਸਮਝ ਆ ਕੇ ਤੁਰ ਪਈਆਂ। ਇਸ ਫੌਜ ਵਿੱਚ ਸਰਦਾਰ ਦੇ ਬਹਾਦਰ ਪੁੱਤ ਅਤੇ ਮਝੈਲ ਦੁਆਬੀਏ ਸੂਰਬੀਰਾਂ ਤੋਂ ਇਲਾਵਾ ਜੰਬੂਰ ਖਾਨਾ ਵੀ ਸ਼ਾਮਲ ਸੀ। ਤਾਂ ਇਸ ਤੋਂ ਅੱਗੇ ਆਪਣਾ 5ਵੇਂ ਨੰਬਰ 'ਤੇ ਹੈਗਾ ਹੇਠ ਲਿਖੇ ਲੇਖ ਜਾਂ ਕਹਾਣੀ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 100 ਸ਼ਬਦਾਂ ਵਿੱਚ ਲਿਖੋ। ਨੰਬਰ 1 ਹੈਗਾ ਤੁਨਰ ਦਾ ਹੁਨਰ। ਨੰਬਰ 2 ਹੈਗਾ ਇੱਕ ਪੈਰ ਘੱਟ ਤੁਰਨਾ। ਤਾਂ ਜੀ ਦੇਖ ਸਕਦੇ ਹੋ ਤੁਰਨ ਦਾ ਹੁਨਰ ਲੇਖ ਦਾ ਸਾਰ 150 ਸ਼ਬਦਾਂ ਵਿੱਚ ਲਿਖੋ। ਆਨਸਰ ਹੈਗਾ ਕੇਵਲ ਸਬਰ ਸੰਤੋਖ ਵਾਲਾ ਆਦਮੀ ਹੀ ਲੰਬੇ ਪੈਂਡੇ ਉੱਤੇ ਤੁਰ ਸਕਦਾ ਹੈ। ਇੱਕ ਥਾਂ ਰਹਿ ਕੇ ਅੱਕਿਆ ਆਦਮੀ ਕਿਧਰੇ ਦੂਰ ਨਿਕਲ ਜਾਣਾ ਚਾਹੁੰਦਾ ਹੈ। ਤੁਰਨਾ ਇੱਕ ਤਰ੍ਹਾਂ ਹਲਕੇ ਫੁਲਕੇ ਹੋਣ ਦਾ ਹੁਨਰ ਹੈ। ਪੰਜਾਬੀ ਸੱਭਿਆਚਾਰ ਨਿਰੰਤਰ ਵਹਿਣ ਵਿੱਚ ਪਿਆ ਰਹਿਣ ਵਾਲਾ ਸੱਭਿਆਚਾਰ ਹੈ। ਅਜੋਕੇ ਮਨੁੱਖ ਨੇ ਆਪਣੇ ਫਾਸਲੇ ਲੰਮੇ ਕਰ ਲਏ ਹਨ, ਇਸ ਕਰਕੇ ਕਾਰਾਂ ਗੱਡੀਆਂ ਅਤੇ ਬੱਸਾਂ ਉਸ ਦੀ ਮਜਬੂਰੀ ਬਣ ਗਈਆਂ ਹਨ। ਤੁਰਨ ਦੇ ਮੌਕਿਆਂ ਦਾ ਲਾਭ ਨਾ ਪ੍ਰਾਪਤ ਕਰਨ ਕਰਕੇ ਉਸ ਦੀਆਂ ਸਰੀਰਕ ਸਮੱਸਿਆਵਾਂ ਵੱਧ ਗਈਆਂ ਹਨ। ਤੁਰਨ ਨਾਲ ਸਵੈ ਵਿਸ਼ਵਾਸ ਵੱਧਦਾ ਹੈ, ਇਸ ਤੋਂ ਕਿਸੇ ਦੀ ਆਜ਼ਾਦੀ ਦਾ ਪਤਾ ਲੱਗਦਾ ਹੈ। ਇਸ ਨਾਲ ਕਲਪਨਾ ਉਡਾਰੀਆਂ ਮਾਰਦੀ ਹੈ ਅਤੇ ਪ੍ਰਾਂਤ ਦੇ ਦੇਸ਼ ਦੀ ਵਿਸ਼ਾਲਤਾ ਦਾ ਪਤਾ ਲੱਗਦਾ ਹੈ। ਤੁਰਨ ਨਾਲ ਕੁਦਰਤ ਨਾਲ ਜੁੜੇ ਮਨੁੱਖ ਦਾ ਮਨ ਅਮੀਰ ਤੇ ਦਿਲ ਵਿਸ਼ਾਲ ਹੁੰਦਾ ਹੈ। ਉਹ ਦੁਨੀਆ ਵਿੱਚ ਖੁਸ਼ੀ ਵੰਡ ਸਕਦਾ ਹੈ। ਉਹ ਵੀਰ ਧੀਰ ਅਤੇ ਗੰਭੀਰ ਹੋ ਜਾਂਦਾ ਹੈ। ਜਿਹੜੇ ਲੋਕ ਤੁਰਨ ਦਾ ਵਿਰੋਧ ਕਰਦੇ ਹਨ ਉਹਨਾਂ ਦੀਆਂ ਬਹੁਤ ਗੱਲਾਂ ਆਪਣੀਆਂ ਬਿਮਾਰੀਆਂ ਬਾਰੇ ਹੀ ਹੁੰਦੀਆਂ ਹਨ। ਅਸਲ ਵਿੱਚ ਜਿੱਥੇ ਤੁਰ ਕੇ ਪਹੁੰਚਿਆ ਜਾ ਸਕਦਾ ਹੈ ਉੱਥੇ ਤੁਰਨਾ ਚਾਹੀਦਾ ਹੈ। ਤੁਰਨ ਦਾ ਉਦੇਸ਼ ਅਨੁਭਵ ਨੂੰ ਵੰਡਣਾ ਤੇ ਕਮਾਉਣਾ ਹੋਣਾ ਚਾਹੀਦਾ ਹੈ। ਉਸ ਤੋਂ ਅੱਗੇ ਆਪਣਾ ਹੈਗਾ ਸਾਰ ਇੱਕ ਪੈਰ ਘੱਟ ਤੁਰਨਾ ਕਹਾਣੀ ਦਾ। ਦਿੱਲੀ ਦੇ ਇੱਕ ਦਫ਼ਤਰ ਵਿੱਚ ਕੰਮ ਕਰਦੇ ਰਸ਼ੀਦ ਨੂੰ ਜਦੋਂ ਡਾਕਟਰ ਨੇ ਦੱਸਿਆ ਕਿ ਉਸ ਦੇ ਮਿਹਦੇ ਵਿੱਚ ਕੈਂਸਰ ਹੈ ਤਾਂ ਉਹ ਇਲਾਜ ਲਈ ਸਹਿਮਤ ਨਾ ਹੁੰਦਾ ਹੋਇਆ ਨੌਕਰੀ ਤੋਂ ਅਸਤੀਫਾ ਦੇ ਕੇ ਤੇ ਘਰ ਦੇ ਲੋੜੀਂਦੇ ਸਮਾਨ ਤੋਂ ਬਿਨਾਂ ਸਭ ਕੁਝ ਵੇਚ ਕੇ ਆਪਣੇ ਪਿੰਡ ਆ ਗਿਆ। ਉਸ ਦੀ ਪਤਨੀ ਫਰੀਦਾ ਮਰ ਚੁੱਕੀ ਸੀ। ਉਸਨੇ ਅਮਰੀਕਾ ਵਿੱਚ ਡਾਕਟਰ ਬਣ ਕੇ ਨੌਕਰੀ ਕਰ ਰਹੇ ਆਪਣੇ ਇੱਕੋ ਇੱਕ ਪੁੱਤਰ ਅਸਲਮ ਨੂੰ ਵੀ ਪਤਾ ਨਾ ਦਿੱਤਾ। ਉਸਨੇ ਘਰ ਨੇੜੇ ਕੁਝ ਗੁਲਾਬ ਦੇ ਪੌਦੇ ਲਾ ਲਏ ਤੇ ਕੁਝ ਕਬੂਤਰ ਪਾਲ ਲਏ। ਉਹ ਚੂਕਦੀਆਂ ਚਿੜੀਆਂ ਤੇ ਕਲੋਲਾਂ ਕਰਦੇ ਕਬੂਤਰਾਂ ਨੂੰ ਦੇਖ ਕੇ ਅਨੁਭਵ ਕਰਦਾ ਕਿ ਦਫ਼ਤਰ ਦੇ ਕੰਮਾਂ ਤੇ ਸੰਬੰਧੀਆਂ ਦੀਆਂ ਖੁਸ਼ੀਆਂ ਗਮੀਆਂ ਵਿੱਚ ਰੁੱਝਾ ਉਹ ਕੁਦਰਤ ਦੇ ਆਨੰਦ ਤੋਂ ਵਾਂਝਾ ਰਿਹਾ ਹੈ। ਫਿਰ ਉਸ ਕੋਲ 3-4 ਬਿੱਲੀਆਂ ਰਹਿਣ ਲੱਗੀਆਂ। ਜਦੋਂ ਉਸ ਦੇ ਦਰਦ ਉੱਠਦੀ ਤਾਂ ਉਹ ਬਲੂੰਗੜਿਆਂ ਪੌਦਿਆਂ ਕਬੂਤਰਾਂ ਦੇ ਬੱਚਿਆਂ ਨਾਲ ਆਪਣਾ ਦਿਲ ਲਾ ਲੈਂਦਾ। ਇੱਕ ਵਾਰੀ ਜਦੋਂ ਦਰਦ ਉੱਠੀ ਤਾਂ ਉਸਨੇ ਰੰਗ ਬਰੰਗੇ ਤੋਤੇ ਲਿਆ ਕੇ ਉਹਨਾਂ ਵਿੱਚ ਆਪਣਾ ਮਨ ਲਾ ਲਿਆ। ਦਿਨ ਬੀਤਣ 'ਤੇ ਉਹ ਸਮਝਦਾ ਕਿ ਉਸਨੇ ਬੜੀ ਚੁਸਤੀ ਨਾਲ ਇੱਕ ਹੋਰ ਦਿਨ ਨੂੰ ਛਿਠਾਲੀ ਦੇ ਦਿੱਤੀ ਹੈ। ਰਾਤੀ ਤਾਰੇ ਉਸ ਨੂੰ ਗੱਲਾਂ ਕਰਦੇ ਪ੍ਰਤੀਤ ਹੁੰਦੇ। ਅੰਤ ਇੱਕ ਦਿਨ ਉਸਨੇ ਗੁਆਂਢੀਆਂ ਦੇ ਮੁੰਡੇ ਤੋਂ ਪਤੰਗ ਤੇ ਡੋਰ ਮੰਗਵਾ ਲਈ ਤੇ ਉਸਦੇ ਹੱਥ ਵਿੱਚ ਫੜਾ ਕੇ ਜਦੋਂ ਉਸ ਨੇ ਪਤੰਗ ਨੂੰ ਹੁਲਾਰਾ ਦਿੱਤਾ ਤਾਂ ਉਸਦੇ ਭਿਆਨਕ ਦਰਦ ਉੱਠੀ, ਮੂੰਹ ਵਿੱਚੋਂ ਲਹੂ ਨਿਕਲਿਆ ਤੇ ਉਹ ਮਰ ਗਿਆ। ਪ੍ਰਸ਼ਨ ਨੰਬਰ 6 ਹੈਗਾ ਆਪਣਾ ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਇੱਕ ਦਾ ਉੱਤਰ ਸੰਖੇਪ ਵਿੱਚ ਲਿਖੋ। ਪ੍ਰਸ਼ਨ ਪਹਿਲਾ ਹੈਗਾ ਮਹਾਰਾਣੀ ਦੇ ਸੰਪਰਕ ਵਿੱਚ ਆਉਣ ਨਾਲ ਬੰਬ ਦੇ ਵਤੀਰੇ ਵਿੱਚ ਕੀ ਤਬਦੀਲੀ ਆਈ। ਪ੍ਰਸ਼ਨ 2 ਹੈਗਾ ਬਾਬਾ ਰਾਮ ਸਿੰਘ ਜੀ ਨੂੰ ਬਾਬਾ ਕਿਉਂ ਕਿਹਾ ਜਾਂਦਾ ਹੈ।
ਤਾਂ ਹਾਂਜੀ ਆਪਣਾ ਪਹਿਲਾ ਕੁਐਸਚਨ ਸੀ ਮਹਾਰਾਣੀ ਦੇ ਸੰਪਰਕ ਵਿੱਚ ਆਉਣ ਨਾਲ ਬੰਮ ਦੇ ਵਤੀਰੇ ਵਿੱਚ ਕੀ ਤਬਦੀਲੀ ਆਈ। ਆਨਸਰ ਹੈਗਾ ਮਹਾਰਾਣੀ ਦੇ ਸੰਪਰਕ ਵਿੱਚ ਆਉਣ ਮਗਰੋਂ ਬੰਮ ਜੋ ਕਿ ਗੁੱਸੇ ਵਿੱਚ ਪਾਗਲ ਹੋਇਆ ਜਾਪਦਾ ਸੀ ਇੱਕਦਮ ਸ਼ਾਂਤ ਹੋ ਗਿਆ। ਉਸ ਨੂੰ ਮਹਾਰਾਣੀ ਦੇ ਆਪਣੇ ਨਾਲ ਸੁੱਚੇ ਤੇ ਆਪਣਤ ਭਰੇ ਪਿਆਰ ਦਾ ਪਤਾ ਸੀ, ਜਿਸ ਕਰਕੇ ਉਸਨੇ ਮਹਾਰਾਣੀ ਪ੍ਰਤੀ ਆਪਣੇ ਪਿਆਰ ਤੇ ਸਤਿਕਾਰ ਨੂੰ ਪ੍ਰਗਟ ਕਰਨ ਲਈ ਉਸ ਨੂੰ ਸਲਾਮੀ ਦਿੱਤੀ। ਉਸਦੇ ਜੁੜੇ ਹੱਥਾਂ ਨਾਲ ਆਪਣੀ ਗੰਦੀ ਸੁੰਡ ਨੂੰ ਨਾ ਸੁਹਾਈ ਤੇ ਉਸਦੀ ਹਰ ਗੱਲ ਨੂੰ ਕਬੂਲ ਕਰਨ ਲਈ ਆਪਣੀ ਸੁੰਡ ਨਾਲ ਉਸਦੇ ਪੈਰਾਂ ਦੁਆਲੇ ਚੱਕਰ ਕੱਢਣੇ ਸ਼ੁਰੂ ਕਰ ਦਿੱਤੇ। ਉਸ ਤੋਂ ਅੱਗੇ ਆਪਣਾ ਕੁਐਸਚਨ ਸੀਗਾ ਬਾਬਾ ਰਾਮ ਸਿੰਘ ਜੀ ਨੂੰ ਬਾਬਾ ਕਿਉਂ ਕਿਹਾ ਜਾਂਦਾ ਹੈ। ਉੱਤਰ ਲਗਭਗ 40 ਸ਼ਬਦਾਂ ਵਿੱਚ ਦਿਓ। ਆਨਸਰ ਹੈਗਾ ਬਾਬਾ ਰਾਮ ਸਿੰਘ ਜੀ ਨੂੰ ਬਾਬਾ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਪੰਜਾਬ ਵਿੱਚ ਉੱਚੀ ਆਤਮਿਕ ਅਵਸਥਾ ਵਾਲੇ ਮਹਾਂਪੁਰਖਾਂ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਉਹਨਾਂ ਦੇ ਸਨਮਾਨ ਦਾ ਸੂਚਕ ਹੈ। ਉਸ ਤੋਂ ਅੱਗੇ ਆਪਣਾ ਪ੍ਰਸ਼ਨ 7ਵਾਂ ਹੈਗਾ ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ ਚਿੱਤਰਨ ਲਗਭਗ 100 ਸ਼ਬਦਾਂ ਵਿੱਚ ਲਿਖੋ। ਨੰਬਰ 1 ਹੈਗਾ ਨਿਹਾਲ ਕੌਰ ਇਕਾਂਗੀ ਦੂਜਾ ਵਿਆਹ ਵਿੱਚੋਂ। ਨੰਬਰ 2 ਹੈਗਾ ਤਾਰੋ ਨਾਵਲ ਇੱਕ ਹੋਰ ਨਵਾਂ ਸਾਲ ਦੇ ਵਿੱਚੋਂ। ਤਾਂ ਜੀ ਪ੍ਰਸ਼ਨ ਹੈਗਾ ਨਿਹਾਲ ਕੌਰ ਦਾ ਚਿੱਤਰਨ ਕਰੋ। ਆਨਸਰ ਹੈਗਾ ਇਸ ਦਾ ਨਿਹਾਲ ਕੌਰ ਦੂਜਾ ਵਿਆਹ ਇਕਾਂਗੀ ਲੇਖਕ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਮਹੱਤਵਪੂਰਨ ਪਾਤਰ ਹੈ। ਉਹ ਮਨਜੀਤ ਦੀ ਸੱਸ ਹੈ। ਉਸਦੇ ਪਤੀ ਦਾ ਨਾਂ ਗੁਰਦਿੱਤ ਸਿੰਘ ਹੈ। ਸੁਖਦੇਵ ਸਿੰਘ ਉਸਦਾ ਪੁੱਤਰ ਹੈ ਤੇ ਸੁਖਦੇਵ ਕੌਰ ਉਸਦੀ ਧੀ। ਇਕਾਂਗੀ ਵਿੱਚ ਉਸਦਾ ਰੋਲਾ ਖਲਨਾਇਕ ਵਰਗਾ ਹੈ। ਨਾਟਕਕਾਰ ਨੇ ਉਸਦਾ ਚਿੱਤਰਨ ਵਿਅੰਗਮਈ ਰੂਪ ਵਿੱਚ ਚਿਤਰਿਆ ਹੈ। ਗੱਲ ਤੇ ਨੁਕਸ ਛਾਂਟਣ ਵਾਲੀ ਤੇ ਕੌੜੀ। ਉਹ ਬੜੀ ਕੌੜੀ ਹੈ। ਉਹ ਨੂੰਹ ਦੀ ਗੱਲ ਵਿੱਚ ਨੁਕਸ ਛਾਂਟਦੀ ਹੈ ਤੇ ਉਸ ਨੂੰ ਉਸਦੇ 2.5 ਸਾਲਾਂ ਵਿੱਚ ਕੋਈ ਬੱਚਾ ਨਾ ਹੋਣ ਤੇ ਤਣਾਅ ਵੀ ਦਿੰਦੀ ਹੈ। ਉਸ ਤੋਂ ਅੱਗੇ ਹੈਗਾ ਝੂਠੀਆਂ ਊਜਾਂ ਲਾਉਣ ਵਾਲੀ। ਉਹ ਮਨਜੀਤ ਉੱਪਰ ਝੂਠੇ ਦੋਸ਼ ਲਾਉਂਦੀ ਹੈ। ਉਹ ਸੁਖਦੇਵ ਨੂੰ ਉਸਦੇ ਵਿਰੁੱਧ ਸਿਖਾਉਂਦੀ ਹੈ। ਉਹ ਗੁਆਂਢਣ ਵਿਰੁੱਧ ਵੀ ਝੂਠੇ ਦੋਸ਼ ਥੱਪਦੀ ਹੈ। ਤੇ ਅਗਲਾ ਪੁਆਇੰਟ ਹੈਗਾ ਚੋਬਾ ਲਾਉਣ ਵਾਲੀ। ਉਹ ਆਪਣੀ ਨੂੰਹ ਮਨਜੀਤ ਦੇ ਨੁਕਸ ਛਾਂਟਦੀ ਹੋਈ ਉਸ ਨੂੰ ਚੋਬਾ ਲਾਉਂਦੀ ਹੋਈ ਕਹਿੰਦੀ ਹੈ ਮਾਂ ਨੇ ਬੜੀ ਤਾਕ ਕਰਕੇ ਭੇਜੀ ਹੈ। ਉਸ ਤੋਂ ਅਗਲਾ ਪੁਆਇੰਟ ਹੈਗਾ ਈਰਖਾਲੂ। ਇਸ 'ਚ ਹੈਗਾ ਉਹ ਆਪਣੇ ਨੂੰਹ ਪੁੱਤਰ ਦੇ ਪਿਆਰ ਨਾਲ ਈਰਖਾ ਕਰਦੀ ਹੈ ਕਿਉਂਕਿ ਉਸਦੇ ਪਤੀ ਨੇ ਉਸਦੇ ਹੁੰਦਿਆਂ ਦੂਜਾ ਵਿਆਹ ਕਰਾ ਲਿਆ ਸੀ। ਤੇ ਉਸ ਤੋਂ ਅੱਗੇ ਹੈਗਾ ਪੁਆਇੰਟ ਗੱਲ ਨੂੰ ਭੁੰਜੇ ਨਾ ਪੈਣ ਦੇਣ ਵਾਲੀ। ਉਹ ਗੱਲ ਨੂੰ ਭੁੰਜੇ ਨਹੀਂ ਪੈਣ ਦਿੰਦੀ ਤੇ ਮਨਜੀਤ ਦੇ ਹਰ ਉੱਤਰ ਵਿੱਚ ਕੋਈ ਨਾ ਕੋਈ ਗੱਲ ਕੱਢ ਕੇ ਉਸ ਨਾਲ ਇੱਟ ਖੜੀਕਾ ਲਾਈ ਰੱਖਦੀ ਹੈ। ਉਸ ਤੋਂ ਅਗਲਾ ਪੁਆਇੰਟ ਹੈਗਾ ਬੋਲ ਕਬੋਲ ਬੋਲਣ ਵਾਲੀ। ਉਹ ਗੁਆਂਢਣ ਤੇ ਸਭਾ ਦੀਆਂ ਮੈਂਬਰ ਸੰਬੰਧੀ ਫੁੱਟੜ ਤੇ ਖੁੱਟੜ ਆਦਿ ਸ਼ਬਦ ਵਰਤ ਕੇ ਕਬੋਲ ਬੋਲਦੀ ਹੈ। ਉਸ ਤੋਂ ਅਗਲਾ ਪੁਆਇੰਟ ਆਪਣਾ ਹੈਗਾ ਵਿਹਲੀ ਨਾ ਬੈਠਣ ਵਾਲੀ। ਨਿਹਾਲ ਕੌਰ ਚਰਖਾ ਕੱਤਦੀ ਹੈ ਤੇ ਸਵੇਰੇ 3 ਗਲੋਟੇ ਲਾ ਕੇ ਚੌਥਾ ਸ਼ੁਰੂ ਕਰ ਦਿੰਦੀ ਹੈ। ਉਸ ਤੋਂ ਨੈਕਸਟ ਪੁਆਇੰਟ ਹੈਗਾ ਪੁਰਾਣੇ ਖਿਆਲਾਂ ਦੀ ਇਸਤਰੀ। ਉਹ ਪਤੀ ਦਾ ਨਾਂ ਲੈਣ ਅਤੇ ਘੁੰਡ ਚੁੱਕਣ ਦੇ ਵਿਰੁੱਧ ਹੈ। ਅਗਲਾ ਪੁਆਇੰਟ ਹੈਗਾ ਮਮਤਾ ਨਾਲ ਭਰਪੂਰ। ਉਸ ਨੂੰ ਆਪਣੇ ਪੁੱਤਰ ਤੇ ਧੀ ਨਾਲ ਬਹੁਤ ਪਿਆਰ ਹੈ। ਉਹ ਪੁੱਤਰ ਦੇ ਘਰ ਵਿੱਚ ਬੱਚੇ ਦੇ ਜਨਮ ਦੀ ਇੱਛਾ ਵੀ ਕਰਦੀ ਹੈ। ਉਸ ਤੋਂ ਅਗਲਾ ਪੁਆਇੰਟ ਹੈਗਾ ਆਪਣੀ ਚਲਾਉਣ ਦੀ ਚਾਹਵਾਨ। ਉਹ ਚਾਹੁੰਦੀ ਹੈ ਕਿ ਉਸਦੀ ਨੂੰਹ ਤੇ ਪੁੱਤਰ ਉਸਦੇ ਹੁਕਮ ਅਨੁਸਾਰ ਹੀ ਕੰਮ ਕਰਨ। ਉਸ ਤੋਂ ਅੱਗੇ ਹੈਗਾ ਸੁੱਕੀ ਸੁਭਾਅ ਵਾਲੀ। ਉਸਨੂੰ ਸ਼ੱਕ ਸੀ ਕਿ ਜਦੋਂ ਉਹ ਪੁਦੀਨਾ ਤੋੜਨ ਗਈ ਤਾਂ ਉਸਦੇ ਨੂੰਹ ਪੁੱਤਰ ਉਸ ਦੀਆਂ ਚੁਗਲੀਆਂ ਕਰਦੇ ਸਨ। ਉਸ ਤੋਂ ਅਗਲਾ ਪੁਆਇੰਟ ਮਾਨਸਿਕ ਕਲੇਸ਼ ਦੀ ਸ਼ਿਕਾਰ। ਆਨਸਰ ਹੈਗਾ ਆਪਣੇ ਪਤੀ ਦਾ ਦੂਜਾ ਵਿਆਹ ਕਰਾਉਣ ਕਰਕੇ ਉਹ ਮਾਨਸਿਕ ਕਲੇਸ਼ ਦੀ ਸ਼ਿਕਾਰ ਹੋ ਜਾਂਦੀ ਹੈ ਤੇ ਇਸ ਦਾ ਬਦਲਾ ਲੈਣ ਲਈ ਉਹ ਆਪਣੀ ਨੂੰਹ ਨੂੰ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਦਿੰਦੀ ਹੈ। ਤੇ ਉਸ ਤੋਂ ਨੈਕਸਟ ਪੁਆਇੰਟ ਮੌਕੇ ਅਨੁਸਾਰ ਬਦਲ ਜਾਣ ਵਾਲੀ। ਉਹ ਆਪਣੀ ਧੀ ਦਾ ਦੁੱਖ ਦੇਖ ਕੇ ਬਦਲ ਜਾਂਦੀ ਹੈ ਤੇ ਮਨਜੀਤ ਤੋਂ ਆਪਣੀਆਂ ਵਧੀਕੀਆਂ ਦੀ ਮਾਫ਼ੀ ਮੰਗਦੀ ਹੈ। ਨੈਕਸਟ ਹੈਗਾ ਹਾਸ ਰਸ ਪੈਦਾ ਕਰਨ ਵਾਲੀ। ਇਸ 'ਚ ਹੈਗਾ ਨਾਟਕ ਵਿੱਚ ਉਸ ਦੀ ਗੱਲਬਾਤ ਤੇ ਸਥਿਤੀ ਹਾਸ ਰਸ ਦੀ ਵੀ ਪੈਦਾ ਕਰਦੀ ਹੈ। ਉਸ ਤੋਂ ਅਗਲਾ ਆਪਣਾ ਹੈਗਾ ਤਾਰੋ ਦਾ ਚਿੱਤਰਨ ਕਰੋ 150 ਸ਼ਬਦਾਂ ਵਿੱਚ। ਤਾਰੋ ਇੱਕ ਹੋਰ ਨਵਾਂ ਸਾਲ ਨਾਵਲ ਦੇ ਮੁੱਖ ਪਾਤਰ ਬੰਤੇ ਦੀ ਪਤਨੀ ਹੈ। ਉਸਦੇ 3 ਬੱਚੇ ਹਨ, ਇੱਕ ਮੁੰਡਾ ਫੁੰਮਣ ਤੇ 2 ਧੀਆਂ। ਇੱਕ ਬੰਦੇ ਦੀ ਮਾਮੇ ਦੀ ਭਤੀਜੀ ਸੀ। ਜਦੋਂ ਉਹ ਵਿਆਹੀ ਆਈ ਸੀ ਉਦੋਂ ਉਹ ਬਹੁਤ ਸੋਹਣੀ ਸੀ। ਉਸਦਾ ਮੂੰਹ ਵੀ ਭੋਲਾ ਭਾਲਾ ਸੀ। ਸਹੁਰੇ ਘਰ ਵਿੱਚ ਉਸ ਦੀ ਆਪਣੀ ਸੱਸ ਨਾਲ ਨਹੀਂ ਬਣਦੀ, ਜਿਸ ਕਰਕੇ ਉਹ ਅਲੱਗ ਪਿੰਡ ਵਿੱਚ ਰਹਿੰਦੀ ਹੈ।
ਫੁੰਮਣ ਨੂੰ ਜਨਮ ਦੇਣ ਮਗਰੋਂ ਉਸ ਦੀ ਸਿਹਤ ਖਰਾਬ ਰਹਿਣ ਲੱਗਦੀ ਹੈ, ਜਿਸ ਦਾ ਉਸ ਦੇ ਪਤੀ ਬੰਤੇ ਨੂੰ ਬਹੁਤ ਫਿਕਰ ਰਹਿੰਦਾ ਹੈ। ਅਸਲ ਵਿੱਚ ਸਹੁਰੇ ਘਰ ਆ ਕੇ ਉਸ ਨੂੰ ਇਸ ਗੱਲ ਦਾ ਸਦਮਾ ਲੱਗਾ ਸੀ ਕਿ ਉਸ ਦੀ ਸੱਸ ਨੇ ਉਸ ਦੇ ਦਾਜ ਵਾਲੇ ਟਰੰਕ ਵਿੱਚੋਂ ਕੱਪੜੇ ਕੱਢ ਕੇ ਆਪਣੀਆਂ ਧੀਆਂ ਨੂੰ ਦੇ ਦਿੱਤੇ ਸਨ। ਉਸ ਨੂੰ ਬੰਤੇ ਦੇ ਸਿਰ ਚੜ੍ਹੇ ਕਰਜ਼ੇ ਦਾ ਵੀ ਦੁੱਖ ਤੇ ਰੋਸ ਸੀ। ਇਸ ਗੱਲ ਤੋਂ ਹੋਈ ਖਹਿਬੜ ਦੇ ਸਿੱਟੇ ਵਜੋਂ ਇੱਕ ਵਾਰ ਬੰਤੇ ਨੇ ਉਸ ਦੇ 2-3 ਧੱਫੇ ਮਾਰ ਦਿੱਤੇ। ਇਸ ਘਟਨਾ ਨੂੰ ਉਸਨੇ ਇੰਜ ਮਨ ਉੱਤੇ ਲਾਇਆ ਕਿ ਮਗਰੋਂ ਬੰਤੇ ਨੇ ਕਦੇ ਉਸਦੇ ਚਿਹਰੇ ਉੱਤੇ ਖੁਸ਼ੀ ਨਾ ਦੇਖੀ। ਬੰਤੇ ਨੂੰ ਜਾਪਦਾ ਸੀ ਜਿਵੇਂ ਉਸਨੇ ਉਸ ਨੂੰ ਕਦੇ ਮਾफ़ ਨਹੀਂ ਕੀਤਾ। ਉਹ ਚੁੱਪਚਾਪ ਰਹਿੰਦੀ ਸੀ ਅਤੇ ਬੰਤਾ ਇਸ ਦਾ ਮੁੱਖ ਕਾਰਨ ਘਰ ਦੀ ਗਰੀਬੀ ਸਮਝਦਾ ਸੀ। ਉਂਝ ਹੋਰ ਇੱਕ ਜ਼ਿੰਮੇਵਾਰ ਔਰਤ ਦੇ ਫਰਜ਼ ਨਿਭਾਉਂਦੀ ਹੋਈ ਆਪਣੇ 3 ਬੱਚੇ ਪਾਲਣ ਤੋਂ ਇਲਾਵਾ ਇੱਕ ਸਕੂਲ ਮਾਸਟਰ ਦੇ ਘਰ ਜਾ ਕੇ ਕੰਮ ਕਰਦੀ ਅਤੇ ਕੁਝ ਕਮਾ ਕੇ ਲਿਆਉਂਦੀ। ਉਹ ਬੰਤੇ ਦੇ ਰੋਕਣ ਦੇ ਬਾਵਜੂਦ ਇਹ ਕੰਮ ਛੱਡਣ ਲਈ ਰਾਜ਼ੀ ਨਹੀਂ ਸੀ। ਉਂਝ ਉਹ ਆਪਣੇ ਪਤੀ ਬੰਤੇ ਵੱਲੋਂ ਬੇਪਰਵਾਹੀ ਨਹੀਂ ਵਰਤਦੀ, ਸਗੋਂ ਉਸ ਦਾ ਬੇਕਵਾ ਲਾਹੁਣ ਲਈ ਉਹ ਉਸ ਦੀਆਂ ਲੱਤਾਂ ਘੁੱਟਦੀ ਹੈ। ਅੱਗੇ ਆਪਣਾ ਪ੍ਰਸ਼ਨ 8ਵਾਂ ਹੈਗਾ, ਹੇਠ ਲਿਖੇ ਵਾਰਤਾਲਾਪ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨ ਦੇ ਉੱਤਰ ਦਿਓ। ਤਾਂ ਆਹ ਵਾਰਤਾਲਾਪ ਦਿੱਤੇ ਹੋਏ ਨੇ, ਇਹਨਾਂ ਦੇ ਆਪਾਂ ਆਨਸਰ ਤੁਹਾਨੂੰ ਦੱਸਦੇ ਹਾਂ ਅੱਗੇ। ਤਾਂ ਹਾਂਜੀ, ਆਪਣਾ ਪਹਿਲਾ ਵਾਰਤਾਲਾਪ ਸੀ, ਹਾਂ ਮੈਥੋਂ ਪੁੱਛ ਕੇ ਮੇਰੇ ਪੁੱਛਣ ਨੂੰ ਬਹੁਤ ਉਡੀਕਦੀ ਐ ਤੂੰ, ਕਹਿ ਗਈ ਹੋਵੇਂਗੀ ਜਾਂਦੀ ਜਾਂਦੀ ਮੈਨੂੰ ਪੁੱਛਿਆ ਸੀ ਸਭਾ ਦੀ ਮੈਂਬਰ ਬਣਨ ਲੱਗੀ ਨੇ, ਹੋਰ ਨਵਾਂ ਢੰਗ ਕੱਢਿਆ ਇਹਨਾਂ ਨੇ ਖਸਮਾਂ ਨੂੰ ਵੱਸ ਕਰਨ ਦਾ, ਇਉਂ ਤੂੰ ਮੇਰੇ ਮੁੰਡੇ ਦੇ ਲਾਇਕ ਬਣ ਜਾਵੇਂਗੀ ਸਭਾ ਦੀ ਮੈਂਬਰ ਬਣ ਕੇ। ਨੰਬਰ 1 ਪ੍ਰਸ਼ਨ ਜਿਹੜਾ ਆਪਾਂ ਆਨਸਰ ਦੇਣਾ, ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਲਏ ਗਏ ਹਨ। ਨੰਬਰ 2, ਇਹ ਇਕਾਂਗੀ ਕਿਸ ਦਾ ਲਿਖਿਆ ਹੈ। ਨੰਬਰ 3, ਇਹ ਇਕਾਂਗੀ ਕਿਸ ਨੇ ਕਿਸ ਨੂੰ ਕਹੀ। ਅਤੇ ਨੰਬਰ 4 ਹੈਗਾ ਆਪਣਾ, ਨਿਹਾਲ ਕੌਰ ਇਸਤਰੀਆਂ ਦੀ ਸਭਾ ਦਾ ਉਦੇਸ਼ ਕੀ ਸਮਝਦੀ ਹੈ। ਪਹਿਲੇ ਦਾ ਆਪਣਾ ਆਨਸਰ ਹੈਗਾ, ਇਹ ਸ਼ਬਦ ਦੂਜਾ ਵਿਆਹ ਇਕਾਂਗੀ ਵਿੱਚੋਂ ਲਏ ਗਏ ਹਨ। ਅਤੇ ਸੈਕਿੰਡ ਹੈਗਾ, ਇਸ ਇਕਾਂਗੀ ਦਾ ਲੇਖਕ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਹੈ। ਇਹ ਸ਼ਬਦ ਨਿਹਾਲ ਕੌਰ ਨੇ ਆਪਣੀ ਨੂੰਹ ਮਨਜੀਤ ਨੂੰ ਕਹੇ। ਲਾਸਟ ਹੈਗਾ ਆਪਣਾ, ਨਿਹਾਲ ਕੌਰ ਇਸਤਰੀਆਂ ਦੀ ਸਭਾ ਦਾ ਉਦੇਸ਼ ਉਹਨਾਂ ਦੁਆਰਾ ਪਤੀਆਂ ਨੂੰ ਵਸ ਵਿੱਚ ਰੱਖਣ ਦਾ ਯਤਨ ਕਰਦੀ ਹੈ। ਅਤੇ ਨੰਬਰ 3 ਅਗਲੀ ਆਪਣੀ ਹੈਗੀ ਹੈ ਵਾਰਤਾਲਾਪ, ਬੁੱਢੇ ਬਾਦਸ਼ਾਹ ਭੁੱਲ ਗਿਆ ਹੈ ਤੂੰ ਵੀ ਆਪਣੇ ਬਾਪ ਸ਼ਾਹ ਜਹਾਨ ਦੀ ਮੌਤ ਦੀ ਇੰਤਜ਼ਾਰ ਨਹੀਂ ਸੀ ਕੀਤੀ। ਨੰਬਰ 1 ਹੈਗਾ, ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ। ਇਸ ਦਾ ਆਨਸਰ ਹੈਗਾ ਜ਼ਫਰਨਾਮਾ ਵਿੱਚੋਂ। ਅਤੇ ਨੰਬਰ 2 ਹੈਗਾ, ਇਕਾਂਗੀ ਦਾ ਲੇਖਕ ਦਾ ਨਾਂ ਦੱਸੋ। ਆਨਸਰ ਹੈਗਾ ਇਸ ਦਾ ਡਾਕਟਰ ਹਰਚਰਨ ਸਿੰਘ। ਨੰਬਰ 3, ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ। ਆਨਸਰ ਹੈਗਾ ਇਸ ਦਾ, ਇਹ ਸ਼ਬਦ ਆਵਾਜ਼ ਨੇ ਔਰੰਗਜ਼ੇਬ ਨੂੰ ਕਹੇ। ਲਾਸਟ ਹੈਗਾ, ਕਿਸ ਨੇ ਸ਼ਾਹਜਹਾਨ ਦੀ ਮੌਤ ਦੀ ਉਡੀਕ ਨਹੀਂ ਕੀਤੀ ਸੀ। ਇਸ ਦਾ ਆਨਸਰ ਹੈਗਾ ਔਰੰਗਜ਼ੇਬ ਨੇ। ਉਸ ਤੋਂ ਅੱਗੇ ਆਪਣਾ ਲਾਸਟ 9ਵਾਂ ਕੁਐਸਚਨ ਹੈਗਾ, ਹੇਠ ਲਿਖੇ ਵਾਰਤਾਲਾਪ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗਭਗ 40 ਸ਼ਬਦਾਂ ਵਿੱਚ ਕਰੋ। ਨੰਬਰ 1 ਹੈਗਾ ਆਪਣਾ, ਹੌਲੀ ਚਲਾ ਰਿਕਸ਼ਾ ਬੰਤਿਆ ਤੈਨੂੰ ਦਿੰਦਾ ਨਹੀਂ ਕੁੜੀ ਦੀ ਹਾਲਤ ਤਾਂ ਵੇਖ। ਪ੍ਰਸੰਗ ਹੈਗਾ, ਇਹ ਸ਼ਬਦ ਨਿਰੰਜਨ ਤਸਨੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਵਿੱਚੋਂ ਬੰਤੇ ਦੀ ਮਾਂ ਨੇ ਉਸ ਨੂੰ ਉਦੋਂ ਕਹੇ ਜਦੋਂ ਉਹ ਉਸ ਸਮੇਤ ਆਪਣੀ ਪਤਨੀ ਤਾਰੋ ਨੂੰ ਆਪਣੇ ਰਿਕਸ਼ੇ ਉੱਤੇ ਬਿਠਾ ਕੇ ਬਸੰਤ ਪੰਚਮੀ ਦੇ ਮੌਕੇ ਉੱਤੇ ਛੇਹਰਟਾ ਸਾਹਿਬ ਗੁਰਦੁਆਰੇ ਵੱਲ ਜਾ ਰਿਹਾ ਸੀ। ਵਿਆਖਿਆ, ਬੰਤੇ ਦੀ ਮਾਂ ਨੇ ਉਸ ਨੂੰ ਕਈ ਵਾਰ ਕਿਹਾ ਸੀ ਕਿ ਉਹ ਰਿਕਸ਼ਾ ਹੌਲੀ ਚਲਾਵੇ ਕਿਉਂਕਿ ਉਸ ਦੇ ਤੇਜ਼ ਚਲਾਉਣ ਕਰਕੇ ਵਿੱਚ ਬੈਠੀ ਤਾਰੋ ਬੁਰੀ ਤਰ੍ਹਾਂ ਘਬਰਾ ਰਹੀ ਸੀ। ਉਸ ਤੋਂ ਅਗਲਾ ਕੁਐਸਚਨ ਹੈਗਾ, ਸਾਡੇ ਕੋਲ ਵੇਹਲ ਕਿੱਥੇ ਬਾਤਾਂ ਸੁਣਨ ਦੀ, ਛੋਟੇ ਹੁੰਦਿਆਂ ਸੁਣਦੇ ਸੀ ਬੇਬੇ ਕੋਲ। ਪ੍ਰਸੰਗ ਹੈਗੀ ਹੈ, ਇਹ ਸ਼ਬਦ ਨਿਰੰਜਨ ਤਸਨੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਵਿੱਚ ਬੰਤੇ ਦੀ ਇੱਕ ਪੁਰਾਣੀ ਯਾਦ ਨਾਲ ਸੰਬੰਧਿਤ ਹਨ। ਜਦੋਂ ਇੱਕ ਬੰਦਾ ਉਸ ਦੇ ਰਿਕਸ਼ੇ ਵਿੱਚ ਬਹਿ ਕੇ ਉਸ ਨੂੰ ਪੁੱਛਣ ਲੱਗਾ ਸੀ ਕਿ ਉਹ ਕਹਾਣੀ ਸੁਣੇਗਾ ਤਾਂ ਬੰਤੇ ਨੇ ਉੱਤਰ ਵਿੱਚ ਇਹ ਸ਼ਬਦ ਕਹੇ ਸਨ। ਇਸ ਦੀ ਵਿਆਖਿਆ ਜਿਹੜੀ ਹੈਗੀ ਹੈ, ਬੰਤੇ ਨੇ ਕਿਹਾ ਸੀ ਕਿ ਉਸ ਕੋਲ ਬਾਤਾਂ ਸੁਣਨ ਦੀ ਵੇਹਲ ਹੀ ਨਹੀਂ, ਉਹ ਕਦੇ ਛੋਟਾ ਹੁੰਦਾ ਬੇਬੇ ਕੋਲ ਬਾਤਾਂ ਸੁਣਦਾ ਹੁੰਦਾ ਸੀ। ਤਾਂ ਹਾਂਜੀ ਦੋਸਤੋ, ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਧੰਨਵਾਦ। ਜੇਕਰ ਤੁਸੀਂ ਵੀ ਅਜੇ ਤੱਕ ਟੈਲੀਗ੍ਰਾਮ ਚੈਨਲ ਜੁਆਇਨ ਨਹੀਂ ਕੀਤਾ, ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਿਓ। PDF ਆਪਾਂ ਤੁਹਾਨੂੰ ਉੱਥੇ ਪ੍ਰੋਵਾਈਡ ਕਰਾ ਦਾਂਗੇ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ। ਅੱਜ ਦੀ ਵੀਡੀਓ 'ਚ ਇੰਨੇ, ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ।